ਇੱਕ ਬਲਵੰਤ ਰਾਜੋਵਾਲਾ ਨੇ ਅਪੀਲ ਕੀ ਹੈ। ਮੈਂ ਸਮਝਦਾ ਯਾਰ ਸਵੇਰੇ ਸਵੇਰੇ ਤੁਸੀਂ ਕਿਸ ਗੰਦੇ ਬੰਦੇ ਦੀ ਗੱਲ ਕਰਤੀ। ਤੇ ਉਹ ਇੱਥੇ ਲੁਧਿਆਣੇ ਆ ਕੇ ਵੋਟਾਂ ਦੇ ਦਿਨ ਆ ਕੇ ਇੱਕ ਜਥੇਦਾਰ ਲੰਗਰ ਦੀ ਪ੍ਰਥਾ ਜਿਹੜੀ ਕੁਰਸੀਆਂ ਤੇ ਬਹਿ ਕੇ ਲੰਗਰ ਛਕਣ। ਅੱਜ ਤਾਂ ਕਮਾਲ ਹੋ ਗਈ। ਰਾਜਿਆਨ ਜਿਹੜਾ ਸਾਰੀ ਦੁਨੀਆ 'ਚੋਂ ਸਭ ਤੋਂ ਵੱਡਾ ਵਾਂਟਡ ਜਿਹੜਾ ਅੱਤਵਾਦੀ ਸੀ, ਉਸ ਬੰਦੇ ਨੂੰ ਇਹ ਮਦਦ ਲੈ ਰਿਹਾ ਤੇ ਨਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਇਹਨਾਂ ਦੇ ਬਹੁਤ ਵੱਡੇ ਅਹੁਦੇਦਾਰ, ਮੈਂ ਨਾਂ ਨਹੀਂ ਲੈਣਾ, ਉਹ ਦਿਖ ਰਹੇ ਆ ਨਾਲ ਖੜੇ। ਇਹੋ ਜਿਹੇ ਕ੍ਰਿਮੀਨਲ ਬੰਦਿਆਂ ਨੂੰ ਆਪਾਂ ਵੋਟਾਂ 'ਚ ਇਹ ਜੇ ਇਹੋ ਜਿਹਿਆਂ ਦੀ ਸਰਕਾਰ ਆ ਗਈ, ਇਹ ਲੋਕ ਬਾਹਰ ਸੜਕਾਂ ਤੇ ਫਿਰਨਗੇ। ਕੀ ਇਸ ਰਾਜੋਵਾਲ ਨਾਲ ਦੇ ਸੰਬੰਧ ਨੇ? ਕੀ ਇਹ ਅੱਜ ਜਿਹੜੀ ਕੀ ਮਜਬੂਰੀ ਬਣੀ ਵੀ ਇਹ ਉਹ ਤੋਂ ਮਦਦ ਲੈਣ ਦੀ ਕੋਸ਼ਿਸ਼ ਕਰ ਰਹੇ ਆ? ਕੀ ਉਹਦੇ ਕੋਲ ਕੋਈ ਭੇਦ ਨੇ ਇਹਨਾਂ ਦੇ? ਉਸ ਗੰਦੇ ਪਾਰਟੀ ਨੂੰ ਸਪੋਰਟ ਕਰਕੇ ਗਿਆ ਹੈ। ਮੈਂ ਕਹਿੰਦਾ ਸਿਰ ਝੁਕ ਗਿਆ ਪੰਜਾਬੀਆਂ ਦਾ। ਉਹ ਬੰਦਾ 1 ਘੰਟੇ 'ਚ ਵੀ ਆਪਣੀ ਸ਼ੈਤਾਨੀਆਂ ਤੋਂ, ਇਹ ਲੋਕ ਯਾਰ ਉਹ ਨੇ ਜਥੇਦਾਰ ਸਾਹਿਬ, ਤੁਸੀਂ ਇਹ ਕਿੰਨੇ ਖਤਰਨਾਕ ਬੰਦੇ ਆ ਬਈ। 100 ਮੀਟਰ ਸਭ ਤੋਂ ਵੱਡੀ ਜੇਲ੍ਹ ਜਿਹੜੀ ਬੜੈਲ ਜੇਲ੍ਹ ਆ, ਜਿਹਨੂੰ ਹਾਈ ਸਿਕਿਉਰਿਟੀ ਜੇਲ੍ਹ ਕਿਹਾ ਜਾਂਦਾ, ਬੜੈਲ ਜੇਲ੍ਹ, ਉਹ ਜੇਲ੍ਹ 'ਚੋਂ 100 ਮੀਟਰ ਦੀ ਸੁਰੰਗ ਬਣਾ ਕੇ ਭੱਜ ਗਏ। ਕਿਸੇ ਮੇਰੇ ਤੁਹਾਡੇ ਕਹਿਣ ਤੇ ਨਹੀਂ, ਸੁਪਰੀਮ ਕੋਰਟ ਇੰਡੀਆ ਨੇ, CBI ਨੇ ਕੇਸ ਲੜਿਆ, ਉਹਨੇ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਆ ਤੇ ਜਥੇਦਾਰ ਸਾਹਿਬ ਉਹਦੇ ਪੱਗ ਬੰਨ੍ਹ ਰਹੇ ਆ। ਪਤਾ ਨਹੀਂ ਕਿੰਨੇ ਬਲਾਸਟ ਉਹਨਾਂ ਨੇ ਜਿਹੜੇ ਕੀਤੇ ਆ ਸਿਨੇਮੇ ਹਾਲਾਂ 'ਚ, ਕਿੰਨੇ ਮਾਰਕੀਟਾਂ 'ਚ ਬੇਨਿਹੱਤੇ ਲੋਕ ਉਹਨਾਂ ਨੇ ਮਾਰਤੇ। ਉਹ ਬੰਦੇ ਯਾਰ ਅਕਾਲੀ ਦਲ ਦੀ ਸਪੋਰਟ ਕਰਨ ਤੇ ਬੰਬ ਬਲਾਸਟ ਕਰਦੇ ਫਿਰਦੇ ਰਹਿਣਗੇ। ਤੇ ਲੋਕੋ, ਰੱਬ ਦੇ ਵਾਸਤੇ ਮੈਂ ਖਾਸ ਤੌਰ ਤੇ ਲੁਧਿਆਣੇ ਸ਼ਹਿਰ ਵਾਲਿਆਂ ਨੂੰ ਕਹਿਣਾ ਚਾਹੁੰਦਾ ਵੀ ਮੂੰਹ ਤੋੜ ਜਵਾਬ ਇਹਨਾਂ ਦਾ ਦਿਓ। ਜਿਹੜੀਆਂ ਉਹਦੀ ਪਰੋਲ ਦੀ, ਉਹਦੀ ਮਦਦ, ਉਹਦੇ ਖਾਤਰ ਵਕੀਲ, SGPC ਦਾ ਪੈਸਾ ਕਿਹਦਾ ਏ? ਲੋਕਾਂ ਦਾ ਗੋਲਕ ਦਾ ਪੈਸਾ। ਇੱਕ ਅੱਤਵਾਦੀ ਦੇ ਨਾਂ ਤੇ ਤੁਸੀਂ ਖਾਲਿਸਤਾਨੀ ਤੇ ਰੈਫਰੈਂਡਮ 2020 ਵਾਲੇ ਤੇ ਖਰਚ ਰਹੇ ਹੋ। ਉਹਦੇ ਡਰ ਤੋਂ ਇੱਕ ਜਥੇਦਾਰ ਵੀ ਮੇਜ਼ ਕੁਰਸੀਆਂ ਤੇ ਲਾ ਕੇ ਉੱਥੇ ਲੰਗਰ ਛਕੇ, ਗੁਰਦੁਆਰਾ ਜਿੱਥੇ ਵੀ ਇਹਨਾਂ ਦਾ ਭੋਗ ਪਿਆ ਗੁਰਦੁਆਰਾ ਸਾਹਿਬ 'ਚ, ਉਸ ਜਗ੍ਹਾ ਤੇ ਤੁਸੀਂ ਲੰਗਰ ਕੁਰਸੀਆਂ ਤੇ ਛਕੋ। ਮੂਹਰੇ ਮੇਜ਼ ਲੱਗਿਆ, ਅਲੀਸ਼ਾਨ ਕੁਰਸੀਆਂ ਲੱਗੀਆਂ ਏ, ਉਹਦੇ ਉੱਤੇ ਇੱਕ ਅੱਤਵਾਦੀ ਤੋਂ ਡਰ ਤੋਂ ਤੁਸੀਂ ਉਹਨੂੰ ਲੰਗਰ ਆ ਜਿਹੜਾ ਆਪ ਨਾਲ ਬਿਠਾ ਕੇ ਕੁਰਸੀਆਂ ਤੇ ਛਕਾਓ। ਇਹਦਾ ਜਵਾਬ ਜਥੇਦਾਰ ਜੀ ਨੂੰ ਦੇਣਾ ਪਊਗਾ। ਉਹ ਤਾਂ ਲੋਕਾਂ ਦੇ ਮੂਹਰੇ ਜੱਗ ਜ਼ਾਹਿਰ ਹੈ ਵੀ ਕੀ ਮਜਬੂਰੀ ਆ ਅਕਾਲੀ ਦਲ ਦੇ ਲਈ ਉਹ ਵੋਟ ਮੰਗ ਰਿਹਾ ਏ। ਯਾਰ ਇਹ ਇੱਕ ਗੁੰਡਾ ਬੰਦੇ ਦੀ ਤੁਸੀਂ ਬਿਆਨਬਾਜ਼ੀ ਤੇ ਅਸਰ ਮੰਨੋਗੇ? ਇਹ ਕੀ, ਇਹਦੀ ਔਕਾਤ ਕੀ ਆ? ਇਹ ਹੈ ਕੀ, ਮੈਨੂੰ ਇਹ ਦੱਸੋ। ਨਹੀਂ ਅੱਜ ਦੇਖੋ, ਬਿਲਕੁਲ ਇਹ 'ਚ ਕੋਈ ਸ਼ੱਕ ਨਹੀਂ, NDA ਆਪਣਾ 8ਵਾਂ ਬਜਟ ਆ ਮੇਰੇ ਖਿਆਲ 'ਚ ਉਹ ਪੇਸ਼ ਕਰ ਰਹੀ ਆ। ਤੇ ਜੋ ਪਿਛਲੇ ਦਿਨਾਂ 'ਚ ਅਰਥ ਸ਼ਾਸਤਰੀ ਹੋਰ ਸਾਰਿਆਂ ਨੇ ਜੋ ਪਿਛਲੇ ਦਿਨਾਂ 'ਚ ਟੈਲੀਵਿਜ਼ਨਾਂ ਤੇ ਮੈਂ ਅਖਬਾਰਾਂ ਰਾਹੀਂ ਜੋ ਪੜ੍ਹਿਆ, ਬਹੁਤ ਜਿਹੜਾ ਇਹ ਗਿਰਾਵਟ ਇਸ ਵੇਲੇ ਆਪਣੀ ਸਥਿਤੀ ਆ, ਜਿਹੜੀ ਫਾਈਨੈਂਸ਼ੀਅਲ ਸਥਿਤੀ ਆ, ਉਹ ਆ ਚੁੱਕੀ ਆ। ਬਹੁਤ ਹੀ ਘਾਟੇ 'ਚ ਜਿਹੜਾ ਉਹ ਹਿੰਦੁਸਤਾਨ ਦਾ ਇਸ ਵੇਲੇ ਫਾਈਨਾਂਸ ਆ ਜਿਹੜਾ ਉਹ ਜਾ ਚੁੱਕਿਆ ਏ। ਤੇ ਕੋਈ ਵੀ ਜਿਹੜੀ ਨੌਕਰੀਆਂ ਦੀ ਗੱਲ ਕਰ ਲਈਏ, ਕਾਰੋਬਾਰ ਦੀ ਗੱਲ ਕਰ ਲਈਏ, ਉਹਦੇ ਵਿੱਚ ਬਹੁਤ ਵੱਡਾ ਜਿਹੜੀ ਗਿਰਾਵਟ ਆ ਉਹ ਆਈ ਆ। ਤੇ ਇਸ ਬਜਟ 'ਚ ਆਸ ਰੱਖਦੇ ਹਾਂ, ਇਸ ਗੱਲ ਤੇ ਕਮੈਂਟ ਬਾਅਦ 'ਚ ਕਰਾਂਗੇ, ਆਸ ਰੱਖਦੇ ਹਾਂ ਵੀ ਹਰ ਸਾਡੇ ਲੁਧਿਆਣੇ 'ਚ ਖਾਸ ਤੌਰ ਤੇ ਜਿੰਨੇ ਵੀ ਮੈਨੂਫੈਕਚਰਿੰਗ ਯੂਨਿਟ, ਚਾਹੇ ਉਹ ਸਿਲਾਈ ਮਸ਼ੀਨ ਹੋਣ, ਚਾਹੇ ਉਹ ਸਾਈਕਲ ਦੇ ਹੋਣ, ਚਾਹੇ ਕੋਈ ਵੀ ਮਸ਼ੀਨਰੀਆਂ ਦੇ ਉਹ ਸੰਦ ਬਣਾਉਂਦੇ ਹੋਣ, ਚਾਹੇ ਉਹ ਸਾਡੇ ਇਹਦਾ ਕਿੱਡਾ ਵੱਡਾ ਵੂਲਨ ਜਿਹੜਾ ਸਾਡੇ ਸਭ ਤੋਂ ਵੱਡਾ ਕੰਮ ਆ, ਉਹਦੇ ਲਈ ਜਿਹੜਾ ਮਹਿਕਮਾ ਹੈ ਟੈਕਸਟਾਈਲ ਕੀ ਕਰਦਾ ਹੈ, ਇੰਡਸਟਰੀ ਮਹਿਕਮਾ ਕੀ ਕਰਦਾ ਹੈ, ਲੇਬਰ ਮਹਿਕਮਾ ਐਡੀ ਵੱਡੀ ਲੇਬਰ ਆ ਸਾਡੇ, ਉਹ ਲੇਬਰ ਮਹਿਕਮਾ ਕੀ ਦਿੰਦਾ ਹੈ ਲੇਬਰ ਨੂੰ? ਜਿਹੜੇ ਇੱਕਦਮ ਇਹ ਸਟੈਪ ਜਿਹੜੇ
ਐਕਸਟ੍ਰੀਮ ਸਟੈਪ ਲੈਣ ਦੀ ਲੋੜ ਆ। ਉਹ ਮੈਨੂੰ ਲੱਗਦਾ ਇਸ ਵੇਲੇ ਬਜਟ ਦੀ ਸਪੀਚ ਆ ਜਿਹੜੀ ਉਹ ਸੀਤਾਰਮਨ ਜੀ ਦੀ ਫਰਾਂਸ ਮਿਨਿਸਟਰ ਦੀ ਸ਼ੁਰੂ ਹੋ ਗਈ ਹੋਣੀ ਆ, ਤੇ ਉਸ ਤੋਂ ਬਾਅਦ ਆਪਾਂ ਇਸ ਤੇ ਵੀ ਗੱਲ ਕਰਾਂਗੇ। ਪਰ ਆਸ ਜਿਹੜੀ ਆ ਹਮੇਸ਼ਾ ਰੱਖਣੀ ਚਾਹੀਦੀ ਆ ਬਈ ਦੇਖਦੇ ਆ ਇਹਦੇ ਵਿੱਚ ਕੀ ਬਜਟ ਦੇ ਵਿੱਚ ਪੰਜਾਬ ਦੇ ਹਿੱਸੇ ਆਉਂਦਾ ਜਾਂ ਕਿਸੇ ਹੋਰ ਸਟੇਟਾਂ ਦੇ ਆਉਂਦਾ। ਉਹ ਮੈਨੂੰ ਆਸ ਆ ਸ਼ਾਇਦ ਕਿਉਂਕਿ ਇਲੈਕਸ਼ਨ ਚੱਲ ਰਹੀ ਆ ਤੇ ਕੁਛ ਨਾ ਕੁਛ ਜਿਹੜਾ ਪੰਜਾਬ ਨੂੰ ਉਹ ਵੱਡਾ ਕੋਈ ਨਾ ਕੋਈ, ਚਾਹੇ ਉਹਨੂੰ ਆਪਾਂ ਕੋਈ ਸਟੰਟ ਮੰਨੀਏ ਜਿਵੇਂ ਮਰਜ਼ੀ, ਜੇ ਸ਼ਾਇਦ ਪੰਜਾਬ ਦਾ ਨਾਂ ਸ਼ਾਇਦ ਇਸ ਬਜਟ 'ਚ ਆਵੇ। ਕੀ ਲੱਗਦਾ ਜੀ ਇਲੈਕਸ਼ਨ ਨੂੰ ਲੈ ਕੇ ਅਗਰ ਕੋਈ ਵੱਡਾ ਐਲਾਨ ਹੋ ਸਕਦਾ, ਕਾਂਗਰਸ ਨੂੰ ਇਫੈਕਟ ਹੋਊਗਾ? ਨਹੀਂ, ਕਾਂਗਰਸ ਨੂੰ ਕੀ ਇਫੈਕਟ ਹੋਣਾ ਹੈ ਕਿਉਂਕਿ ਬੀਜੇਪੀ ਦੇ ਵੱਲੋਂ ਐਲਾਨ ਹੁੰਦਾ ਹੈ ਕੁਝ ਯਾਰ। ਬੀਜੇਪੀ ਤਾਂ ਹੁਣ ਮੈਂ ਤੁਹਾਨੂੰ ਕੀ ਦੱਸਾਂ, ਬੀਜੇਪੀ ਦਾ ਕੋਈ ਹਾਲਾਤ ਹੈਗੇ ਆ? ਤੁਸੀਂ ਮੈਨੂੰ ਆਪ ਦੱਸੋ ਵੀ ਕਿਤੇ ਲੜਾਈ 'ਚ ਹੈ ਬੀਜੇਪੀ? ਤਾਂ ਮੈਂ ਮੰਨ ਜਾਂਦਾ। ਅਕਾਲੀ ਦਲ ਤੇ ਬੀਜੇਪੀ ਜਿਹੜੇ ਆਪ ਹਮੇਸ਼ਾ ਇਕੱਠੇ ਲੜਦੇ ਰਹੇ ਆ, ਅੱਜ ਇਹੀ ਨਹੀਂ ਪਤਾ ਵੀ ਬਸਤਾ ਕਿਹਨੂੰ ਬਣਾਉਣਾ, ਅੱਜ ਇਹੀ ਨਹੀਂ ਪਤਾ ਵੀ ਜਿਹੜਾ ਪੋਲਿੰਗ ਬੂਥ ਤੇ ਕੌਣ ਬੈਠੂਗਾ, ਕਿਉਂਕਿ ਇੰਨਾ ਚਿਰ ਦਾ ਗਠਬੰਧਨ ਸੀ ਉਹ ਟੁੱਟ ਗਿਆ। ਕੱਲ ਮੈਂ ਕਾਗਜ਼ ਭਰਨ ਗਿਆ, ਮੈਨੂੰ ਇਹੀ, ਮੈਂ ਝੂਠ ਨਹੀਂ ਬੋਲਦਾ, ਮੈਂ ਆਰ.ਡੀ. ਸ਼ਰਮਾ ਜੀ ਨੂੰ ਮੈਂ ਇਹੀ ਸਮਝੀ ਗਿਆ। ਤੁਸੀਂ ਕਹੋਗੇ ਚਾਹੇ ਮਤਲਬ ਅਕਾਲੀ ਦਲ ਚਲੇ ਗਏ, ਬੇਸ਼ੱਕ ਮੈਂ ਉਹਨਾਂ ਨੂੰ ਬੀਜੇਪੀ ਦਾ ਹੀ, ਇਸ ਕਰਕੇ ਇੰਨੀ ਵੱਡਾ ਕਨਫਿਊਜ਼ਨ ਆ, ਕਿਸੇ ਨੂੰ ਇਹੀ ਨਹੀਂ ਪਤਾ ਵੀ ਕਿਹੜਾ ਅਕਾਲੀ ਦਲ ਤੋਂ ਲੜ ਰਿਹਾ, ਕਿਹੜਾ ਬੀਜੇਪੀ ਚੋਂ ਲੜ ਰਿਹਾ। ਲੋਕਾਂ ਨੂੰ ਸਮਝਣ ਨੂੰ ਇਹ ਬੜਾ ਟਾਈਮ ਲੱਗਣਾ ਵੀ ਇਹ ਫੁੱਲ ਤੇ ਕੌਣ ਲੜ ਰਿਹਾ, ਇੱਦਾਂ ਦੀ ਤਕੜੀ ਤੇ ਕੌਣ ਲੜ ਰਿਹਾ, ਵੀ ਇਸ ਵਾਰ ਦੋਨੋਂ ਅਲੱਗ-ਅਲੱਗ ਲੜ ਰਹੇ, ਇਸ 'ਚ ਟਾਈਮ ਨਿਕਲ ਜਾਣਾ ਹੈ। ਇਸ ਕਰਕੇ ਇਹ ਬਿਲਕੁਲ ਕਲੀਅਰ ਮੈਂ ਤੁਹਾਨੂੰ ਇਹ ਗੱਲ ਦੱਸ ਦਿੰਦਾ, ਪਹਿਲੇ ਤੇ ਕਾਂਗਰਸ ਪਾਰਟੀ ਆ, ਦੂਜੇ ਤੇ ਆਮ ਆਦਮੀ ਪਾਰਟੀ ਆ, ਤੀਜੇ ਤੇ ਅਕਾਲੀ ਦਲ ਆ, ਚੌਥੇ ਤੇ ਬੀਜੇਪੀ ਆ। ਐਮਪੀ ਸਾਹਿਬ, ਇਲੈਕਸ਼ਨ ਕਮਿਸ਼ਨ ਨੇ ਜਿਹੜੀ ਸਖਤੀਆਂ ਵਧਾਤੀਆਂ 11 ਫਰਵਰੀ ਤੱਕ ਜਿਹੜੀ ਸੀਗੇ ਚੋਣ ਪ੍ਰਚਾਰ ਦੌਰ ਚੋਂ ਲੈ ਕੇ, ਨਹੀਂ ਠੀਕ ਆ, ਵਧੀਆ ਜੀ, ਇਹਨੂੰ ਵੈਲਕਮ ਕਰਦੇ ਆ ਇਲੈਕਸ਼ਨ ਕਮਿਸ਼ਨ ਦੇ ਨੂੰ। ਇਹਦੇ ਨਾਲ ਕੋਵਿਡ ਆ, ਜਿਹੜਾ ਕੋਵਿਡ ਇੱਕ ਐਸੀ ਨਾਮਰਾਦ ਬਿਮਾਰੀ ਆ, ਜ਼ਿੰਦਗੀ ਮੌਤ ਦਾ ਸਵਾਲ ਆ, ਵੋਟਾਂ ਤਾਂ ਫੇਰ ਆ ਜਾਣੀਆਂ, ਇਨਸਾਨ ਨੇ ਦੁਬਾਰਾ ਥੋੜੀ ਆਉਣਾ। ਇੱਕ ਬਲਵੰਤ ਰਾਜੋਵਾਲਾ ਨੇ ਅਪੀਲ ਕੀ ਹੈ, ਮੈਂ ਸਮਝਦਾ ਯਾਰ ਸਵੇਰੇ ਤੁਸੀਂ ਕਿਸ ਗੰਦੇ ਬੰਦੇ ਦੀ ਗੱਲ ਕਰਤੀ, ਉਸ ਗੰਦੇ ਪਾਰਟੀ ਨੂੰ ਸਪੋਰਟ ਕਰਕੇ ਗਿਆ ਹੈ। ਮੈਂ ਕਹਿੰਦਾ ਸਿਰ ਝੁਕ ਗਿਆ ਪੰਜਾਬੀਆਂ ਦਾ ਇੱਕ ਜਥੇਦਾਰ, ਜਿਹੜਾ ਆਪਣੇ ਆਪ ਨੂੰ ਜਥੇਦਾਰ ਕਹਾਏ ਕੌਮ ਦਾ, ਨਾਂ ਭੁੱਲ ਗਿਆ ਮੈਂ, ਹਰਪ੍ਰੀਤ ਸਿੰਘ। ਯਾਰ ਹੱਦ ਹੋ ਗਈ। ਉਸ ਸਭ ਤੋਂ ਵੱਡੇ ਅੱਤਵਾਦੀ ਨਾਲ ਕੱਲ ਉਹਨੂੰ 1 ਘੰਟਾ ਮਿਲਿਆ, ਪਰੋਲ ਦਾ ਟਾਈਮ 1 ਘੰਟਾ ਮਿਲਿਆ ਉਹਨੂੰ ਕੋਰਟ ਵੱਲੋਂ, ਉਹ ਵੀ ਆਪਣੇ ਪਿਤਾ ਜੀ ਫਾਦਰ ਦੀ ਜਿਹੜਾ ਸੰਸਕਾਰ ਤੇ ਜਾਂ ਭੋਗ ਤੇ ਉਹ ਬੰਦਾ 1 ਘੰਟੇ 'ਚ ਵੀ ਆਪਣੀ ਸ਼ੈਤਾਨੀਆਂ ਤੋਂ, ਇਹ ਲੋਕ ਯਾਰ ਉਹ ਨੇ ਜਥੇਦਾਰ ਸਾਹਿਬ ਜਿਹੜੇ ਬੰਬ ਨਾਲ ਆ ਸਾਡੀ ਸਿਕਿਉਰਿਟੀ ਫੋਰਸਿਸ ਦੇ ਲੋਕ ਖੜੇ ਆ, ਮੇਰੇ ਆਲੇ ਦਾਲੇ ਜਿਹੜੇ ਖੜੇ ਆ, ਇਹ ਅੱਜ ਇਹਨਾਂ ਦੇ ਬੱਚੇ 17 ਬੰਦੇ NSG ਦੇ, CRP ਦੇ ਵਿੱਚ, ਪੰਜਾਬ ਪੁਲਿਸ ਦੇ ਵਿੱਚ, ਸੈਕਟਰੀਏਟ ਦੇ ਜੇ ਡਾਕਟਰ, ਉਹਦੇ ਵਿੱਚ ਬਾਲੀ ਸਵਰਨ ਸਿੰਘ ਜੀ ਅੱਜ ਮੈਨੂੰ ਯਾਦ ਆਉਂਦੇ ਆ, ਉਹਨਾਂ ਦੇ ਬੱਚੇ ਕਿਵੇਂ ਲੱਭਦੇ ਫਿਰਦੇ ਸੀ। ਕੋਈ ਘਰ ਵਾਲੀ ਸੈਕਟਰੀਏਟ 'ਚ ਇੱਕ ਬੂਟ ਦਾ ਟੁਕੜਾ ਡਾਕਟਰ ਸਾਹਿਬ ਸਾਡੇ ਸੀ, ਉਹ ਵਾਈਫ ਉਹ ਬੂਟ ਲਈ ਫਿਰੇ, ਕੋਈ ਕਿਸੇ ਦੀ ਕੋਈ ਬਾਂਹ ਲਈ ਫਿਰੇ ਵੀ ਇਹ ਘੜੀ ਤੋਂ ਪਛਾਣ ਆਉਂਦੀ ਆ ਮੇਰੇ ਹਸਬੈਂਡ ਨੇ, ਬੱਚੇ ਬਿਲਕਦੇ ਫਿਰਨ ਉੱਥੇ। MLA ਸੀ ਸਾਡੇ, ਯੰਗ MLA ਜਿਨ੍ਹਾਂ ਦਾ 6 ਮਹੀਨੇ ਪਹਿਲਾਂ ਵਿਆਹ ਹੋਇਆ ਸੀ, ਉਹ ਸੀਨ ਯਾਦ ਆਉਂਦਾ ਜਦੋਂ ਫੋਟੋਆਂ ਆਈਆਂ, ਉਹ ਇਸੇ ਤਰੀਕੇ ਨਾਲ ਬਲਾਸਟ ਹੋਇਆ ਸੈਕਟਰੀਏਟ। ਉਹ ਪਿੱਛੇ ਐਸਾ ਨਵਾਂ ਉਹਨਾਂ ਨੇ ਉਸ ਵੇਲੇ ਬਰੂਦ ਯੂਜ਼ ਕੀਤਾ ਸੀ RNT, ਜਿਹਦੇ ਪਿੱਛੇ ਉਹਨਾਂ ਦੇ ਅੱਗ ਲੱਗੀ ਤੇ ਉਹ ਪੌੜੀਆਂ ਚੜ੍ਹਦੇ ਭੱਜੇ ਜਾਣ, ਹਫ਼ਤੇ ਬਾਅਦ ਉਹਨਾਂ ਦੀ ਡੈਥ ਹੋਈ ਸੀ। ਅੱਜ ਉਹਨਾਂ ਦੀ ਵਾਈਫ, ਬੇਸ਼ੱਕ ਉਹ ਤਹਿਸੀਲਦਾਰ ਨੇ, 6 ਮਹੀਨੇ ਹੋਏ ਸੀ ਵਿਆਹ ਨੂੰ। ਇਸ ਕਰਕੇ ਇਹ ਜਿਹੇ ਬੰਦੇ ਜਿਹੜੇ ਉਦੋਂ ਬਾਅਦ, ਤੁਸੀਂ ਇਹ ਕਿੰਨੇ ਖਤਰਨਾਕ ਬੰਦੇ ਆ ਬਈ। 100 ਮੀਟਰ ਸਭ ਤੋਂ ਵੱਡੀ ਜੇਲ੍ਹ ਜਿਹੜੀ ਬੜੈਲ ਜੇਲ੍ਹ ਆ, ਜਿਹਨੂੰ ਹਾਈ ਸਿਕਿਉਰਿਟੀ ਜੇਲ੍ਹ ਕਿਹਾ ਜਾਂਦਾ, ਬੜੈਲ ਜੇਲ੍ਹ, ਉਹ ਜੇਲ੍ਹ 'ਚੋਂ 100 ਮੀਟਰ ਦੀ ਸੁਰੰਗ ਬਣਾ ਕੇ ਭੱਜ ਗਏ ਤੇ ਉਹ ਇੱਥੇ ਲੁਧਿਆਣੇ ਆ ਕੇ ਵੋਟਾਂ ਦੇ ਦਿਨ ਆ ਕੇ ਇੱਕ ਜਥੇਦਾਰ, ਲੰਗਰ ਦੀ ਪ੍ਰਥਾ ਜਿਹੜੀ, ਕੁਰਸੀਆਂ ਤੇ ਬਹਿ ਕੇ ਲੰਗਰ ਛਕਣ, ਨਾਲ ਜਥੇਦਾਰ ਤੇ ਨਾਲ ਸਭ ਤੋਂ ਵੱਡਾ ਅੱਤਵਾਦੀ ਜਿਹਨੂੰ ਸੁਪਰੀਮ ਕੋਰਟ ਆਫ ਇੰਡੀਆ ਨੇ, ਕਿਸੇ ਮੇਰੇ ਤੁਹਾਡੇ ਕਹਿਣ ਤੇ ਨਹੀਂ, ਸੁਪਰੀਮ ਕੋਰਟ ਇੰਡੀਆ ਨੇ, CBI ਨੇ ਕੇਸ ਲੜਿਆ, ਉਹਨੇ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਆ, ਤੇ ਜਥੇਦਾਰ ਸਾਹਿਬ ਉਹਦੇ ਪੱਗ ਬੰਨ੍ਹ ਰਹੇ ਆ। ਐਡੀ ਪੱਗ ਸਾਡੀ ਜਿਹੜੀ, ਜਿਹਦੀ ਮੈਂ ਸਮਝਦਾ ਐਡੀ ਸੁੱਚੀ ਪਗੜੀ ਸਾਡੀ ਉਸ ਕਾਤਲ ਦੇ, ਤੇ ਜਿਹੜਾ ਸੁਰੰਗਾਂ ਬਣਾ ਕੇ ਭੱਜ ਗਿਆ ਹੋਵੇ। ਉਦੋਂ ਬਾਅਦ ਪਤਾ ਨਹੀਂ ਕਿੰਨੇ ਬਲਾਸਟ ਉਹਨਾਂ ਨੇ ਜਿਹੜੇ ਕੀਤੇ ਆ ਸਿਨੇਮੇ ਹਾਲਾਂ 'ਚ, ਕਿੰਨੇ ਮਾਰਕੀਟਾਂ 'ਚ ਬੇਨਿਹੱਤੇ ਲੋਕ ਉਹਨਾਂ ਨੇ ਮਾਰਤੇ। ਉਹ ਬੰਦੇ ਯਾਰ ਅਕਾਲੀ ਦਲ ਦੀ ਸਪੋਰਟ ਕਰਨ। ਮੈਂ ਸਮਝਦਾ ਮੇਰੀ ਹੱਥ ਜੋੜ ਕੇ ਜਿਹੜੇ ਦੇਸ਼ ਪ੍ਰੇਮ ਕਰਦੇ ਆ ਲੋਕ,
ਪੰਜਾਬ ਦੇ ਜਿਹੜੇ ਅਮਨ ਸ਼ਾਂਤੀ ਚਾਹੁੰਦੇ ਆ, ਅਕਾਲੀ ਦਲ ਨੂੰ ਜਿਹੜੀ ਕਿਸੇ ਨੇ ਵੋਟ ਪਾਉਣੀ ਸੀ ਉਹ ਵੀ ਨਾ ਪਾਇਓ। ਇਹ ਸਭ ਤੋਂ ਪਹਿਲਾਂ ਚਿੱਟੇ ਦੇ ਵਪਾਰੀਆਂ ਦੀ ਮਦਦ ਕਰਦੇ ਆ। ਇਹ ਸੱਤਾ, ਪਿੰਦੀ, ਬਿੱਟੂ, ਔਲਖ, ਭੋਲਾ, ਇਹ ਸਾਰੇ ਬੰਦੇ ਤੇ ਇਹ ਗੈਂਗ ਅੱਜ ਤਾਂ ਕਮਾਲ ਹੋ ਗਈ। ਰਾਜਿਆਂ ਜਿਹੜਾ ਸਾਰੇ ਦੁਨੀਆ 'ਚੋਂ ਸਭ ਤੋਂ ਵੱਡਾ ਵਾਂਟਡ ਜਿਹੜਾ ਅੱਤਵਾਦੀ ਸੀ, ਉਸ ਬੰਦੇ ਨੂੰ ਇਹ ਮਦਦ ਲੈ ਰਿਹਾ ਤੇ ਨਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਇਹਨਾਂ ਦੇ ਬਹੁਤ ਵੱਡੇ ਅਹੁਦੇਦਾਰ, ਮੈਂ ਨਾਂ ਨਹੀਂ ਲੈਣਾ, ਉਹ ਦਿਖ ਰਹੇ ਆ ਨਾਲ ਖੜੇ। ਇਹੋ ਜਿਹੇ ਕ੍ਰਿਮੀਨਲ ਬੰਦਿਆਂ ਨੂੰ ਆਪਾਂ ਵੋਟਾਂ 'ਚ ਇਹ ਜੇ ਇਹੋ ਜਿਹਿਆਂ ਦੀ ਸਰਕਾਰ ਆ ਗਈ, ਇਹ ਲੋਕ ਬਾਹਰ ਸੜਕਾਂ ਤੇ ਫਿਰਨਗੇ ਤੇ ਬੰਬ ਬਲਾਸਟ ਕਰਦੇ ਫਿਰਦੇ ਰਹਿਣਗੇ। ਤੇ ਲੋਕੋ ਰੱਬ ਦੇ ਵਾਸਤੇ ਮੈਂ ਖਾਸ ਤੌਰ ਤੇ ਲੁਧਿਆਣੇ ਸ਼ਹਿਰ ਵਾਲਿਆਂ ਨੂੰ ਕਹਿਣਾ ਚਾਹੁੰਦਾ ਵੀ ਮੂੰਹ ਤੋੜ ਜਵਾਬ ਇਹਨਾਂ ਦਾ ਦਿਓ। ਪੰਜਾਬ ਦੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ, ਅਮਨ ਸ਼ਾਂਤੀ ਜਿਹੜੇ ਚਾਹੁੰਦੇ ਆ, ਇਹ ਲੋਕਾਂ ਨੂੰ ਮੂੰਹ ਨਾ ਲਾਓ। ਇਹਨਾਂ ਦਾ ਸਾਰਾ ਭੇਦ ਨੰਗਾ ਹੋ ਗਿਆ। ਤੁਹਾਨੂੰ ਯਾਦ ਹੈ ਪਿਛਲੀ ਵਾਰ ਕੇਜਰੀਵਾਲ ਇਹੀ ਕਹਿੰਦੇ 100 ਸੀਟਾਂ, ਕੇਜਰੀਵਾਲ ਆਖਰੀ ਹਫ਼ਤੇ 'ਚ ਸਭ ਤੋਂ ਵੱਡਾ ਜਿਹੜਾ ਮੁਕਤਸਰ ਸਭ ਤੋਂ ਵੱਡਾ ਟੈਰਰਿਸਟ ਸੀਗਾ ਜਿਹੜਾ ਉਹਦੇ ਘਰੇ ਰਾਤ ਰੁਕ ਗਏ ਸੀ। ਲੱਭੀ ਨਹੀਂ ਸੀ ਕਿਤੇ ਕੇਜਰੀਵਾਲ ਸਾਹਿਬ ਨੂੰ ਵੋਟ ਮਿਲਣੋਂ। ਜਿਹੜੇ ਕਹਿੰਦੇ 100 ਉਹ 22-23 ਤੇ ਆ ਗਏ ਸੀ। ਤੇ ਆ ਜਿਹੜਾ ਸੁਖਬੀਰ ਬਾਦਲ ਸਾਹਿਬ ਨੂੰ ਸਪਸ਼ਟ ਕਰਨਾ ਚਾਹੀਦਾ। ਮੈਂ ਤਾਂ ਇਨਕੁਆਇਰੀ ਮੰਗੀ ਆ ਵੀ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਤੇ ਇਹਨਾਂ ਦਾ ਪਰਿਵਾਰ ਕੀ ਇਸ ਰਾਜੋਆਲ ਨਾਲ ਦੇ ਸੰਬੰਧ ਨੇ, ਕੀ ਇਹ ਅੱਜ ਜਿਹੜੀ ਕੀ ਮਜਬੂਰੀ ਬਣੀ ਵੀ ਇਹ ਉਹ ਤੋਂ ਮਦਦ ਲੈਣ ਦੀ ਕੋਸ਼ਿਸ਼ ਕਰ ਰਹੇ ਆ, ਕੀ ਉਹਦੇ ਕੋਲ ਕੋਈ ਭੇਦ ਨੇ ਇਹਨਾਂ ਦੇ, ਕਿਉਂ ਇਹਨਾਂ ਦੀ ਮਜਬੂਰੀ ਬਣੀ, ਇਹ ਦੱਸਣਾ ਪਊਗਾ ਵੀ ਕੀ ਇਹਨਾਂ ਦੀਆਂ ਗੱਲਾਂ ਨੇ ਉਹਦੇ ਕੋਲ ਜਿਹੜੀਆਂ ਉਹਦੀ ਪਰੋਲ ਦੀ, ਉਹਦੀ ਮਦਦ, ਉਹਦੇ ਖਾਤਰ ਵਕੀਲ। SGPC ਦਾ ਪੈਸਾ ਕਿਹਦਾ ਹੈ? ਲੋਕਾਂ ਦਾ ਗੋਲਕ ਦਾ ਪੈਸਾ। ਇੱਕ ਅੱਤਵਾਦੀ ਦੇ ਨਾਂ ਤੇ ਤੁਸੀਂ ਖਾਲਿਸਤਾਨੀ ਤੇ ਰੈਫਰੈਂਡਮ 2020 ਵਾਲੇ ਤੇ ਖਰਚ ਰਹੇ ਹੋ। ਤੇ ਇਹ ਤਾਂ ਲੋਕ ਆਪਣੇ ਆਪ 'ਚ ਆਪ ਜਥੇਦਾਰ ਬਣੇ ਪਏ ਆ। ਪਰ ਜਥੇਦਾਰ ਸਾਹਿਬ ਨੂੰ ਵੀ ਮੈਂ ਜ਼ਰੂਰ ਇਹ ਬੇਨਤੀ ਕਰਦਾ ਵੀ ਤੁਸੀਂ ਬਹੁਤ ਲੋਕਾਂ ਦਾ ਦੁੱਖ ਜਿਹੜਾ ਮਨ ਆ ਉਹ ਤੋੜਿਆ ਹੈ ਵੀ ਉਹਦੇ ਨਾਲ ਉਹਦੇ ਡਰ ਤੋਂ ਇੱਕ ਜਥੇਦਾਰ ਵੀ ਮੇਜ਼ ਕੁਰਸੀਆਂ ਤੇ ਲਾ ਕੇ ਉੱਥੇ ਲੰਗਰ ਛਕੇ ਗੁਰਦੁਆਰਾ ਜਿੱਥੇ ਵੀ ਇਹਨਾਂ ਦਾ ਭੋਗ ਪਿਆ ਗੁਰਦੁਆਰਾ ਸਾਹਿਬ, ਉਸ ਜਗ੍ਹਾ ਤੇ ਤੁਸੀਂ ਲੰਗਰ ਕੁਰਸੀਆਂ ਤੇ ਛਕੋ। ਮੂਹਰੇ ਮੇਜ਼ ਲੱਗਿਆ, ਅਲੀਸ਼ਾਨ ਕੁਰਸੀਆਂ ਲੱਗੀਆਂ ਏ, ਉਹਦੇ ਉੱਤੇ ਇੱਕ ਅੱਤਵਾਦੀ ਤੋਂ ਡਰ ਤੋਂ ਤੁਸੀਂ ਉਹਨੂੰ ਲੰਗਰ ਆ ਜਿਹੜਾ ਆਪ ਨਾਲ ਬਿਠਾ ਕੇ ਕੁਰਸੀਆਂ ਤੇ ਛਕਾਓ। ਇਹਦਾ ਜਵਾਬ ਜਥੇਦਾਰ ਜੀ ਨੂੰ ਦੇਣਾ ਪਊਗਾ। ਨਹੀਂ ਹੁਣ ਪੂਰਨਤਾ ਦੇ ਉਹਦੇ ਕਿਵੇਂ ਕਿਸੇ ਦੀ ਮੌਤ ਤਾਂ ਨਹੀਂ ਹੋ ਸਕਦੀ ਉਹਦੇ, ਪਰ ਜਦੋਂ ਇਹ ਉਹਦੀ ਪਰੋਲ ਕਰਾ ਰਹੇ ਸੀ, ਜਦੋਂ ਉਹਦੀ ਮਦਦ ਕਰ ਰਹੇ ਸੀ, ਉਹ ਤਾਂ ਇਹਨਾਂ ਨੂੰ ਪੁੱਛੋ ਨਾ। ਉਹ ਤਾਂ ਹੁਣ ਮੀਡੀਆ ਦੇ ਤੁਸੀਂ ਤੁਹਾਡੇ ਰਾਹੀਂ ਮੈਂ ਦੇਖਿਆ ਹੈ ਨਾ, ਉਹ ਤਾਂ ਲੋਕਾਂ ਦੇ ਮੂਹਰੇ ਜਗ ਜ਼ਾਹਿਰ ਹੈ ਵੀ ਕੀ ਮਜਬੂਰੀ ਆ ਅਕਾਲੀ ਦਲ ਦੇ ਲਈ ਉਹ ਵੋਟ ਮੰਗ ਰਿਹਾ ਹੈ, ਕਿਉਂ ਮੰਗੀ। ਇਹ ਸ਼ਰੇਆਮ ਆ ਕੇ ਕੰਡੈਮ ਨਹੀਂ ਵੀ ਸਾਨੂੰ ਨਹੀਂ ਚਾਹੀਦੀ ਇੱਕ ਅੱਤਵਾਦੀ ਦੀ ਵੋਟ। ਜਿਸ ਤਰੀਕੇ ਨਾਲ ਕੱਲ ਉਹਨਾਂ ਨੇ ਬਿਆਨਬਾਜ਼ੀ ਕੀਤੀ, ਉਹ ਕਹਿੰਦੇ ਕਾਂਗਰਸ ਨੇ ਜਿਹੜਾ ਟੈਂਕਾਂ ਤੋਪਾਂ ਨਾਲ ਹਮਲੇ ਕਰਵਾਏ ਆ। ਜੇ ਯਾਰ ਇਹ ਇੱਕ ਗੁੰਡਾ ਬੰਦੇ ਦੀ ਤੁਸੀਂ ਬਿਆਨਬਾਜ਼ੀ ਤੇ ਅਸਰ ਮੰਨੋਗੇ? ਇਹ ਕੀ, ਇਹਦੀ ਔਕਾਤ ਕੀ ਆ? ਇਹ ਹੈ ਕੀ, ਮੈਨੂੰ ਇਹ ਦੱਸੋ। ਮੈਂ ਕਰਾਂ ਹਮਾਲ ਹੈ ਇਹਦੇ ਕਹੇ ਤੇ ਕੌਣ, ਕਿਹਨੂੰ ਨਹੀਂ ਪਤਾ 84 ਬਾਰੇ, ਕਿਹਨੂੰ ਨਹੀਂ ਪਤਾ 84 ਬਾਰੇ ਵੀ ਕਿਹਨੇ ਕਰਾਇਆ ਕੀ ਨਹੀਂ ਕਰਾਇਆ। ਹੁਣ ਇਹ ਆ ਕੇ ਅਪੀਲ ਕਰੂਗਾ ਉਸ ਗੱਲ ਬਾਰੇ। ਤੁਹਾਡੇ ਕੰਡੇ ਬੀਜੇ ਨੇ ਇਹ ਸਾਰੇ, ਇਹ ਜਿਹੜੇ ਸਿੱਖਾਂ ਨੂੰ ਪੰਜਾਬ ਨੂੰ ਝੇਲਣੇ ਪਏ ਨਾ, ਇਹ ਤੁਹਾਡੇ ਵਰਗੇ ਅੱਤਵਾਦੀਆਂ ਦੇ ਕੰਡੇ ਬੀਜੇ ਹੋਏ ਆ ਜਿਹੜੇ ਅੱਜ ਤੱਕ ਸਾਨੂੰ ਉਹ ਚੁਗਣੇ ਪੈ ਰਹੇ ਆ। ਵਿਕਰਮ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਜਿਹੜੀ ਖਾਨਾ ਜੰਗ ਚੱਲ ਰਹੀ ਸੀ, ਔਰ ਮਜੀਠੀਆ ਨੇ ਸਾਫ਼ ਤੌਰ ਤੇ ਕਹਿ ਦਿੱਤਾ, ਕਹਿੰਦੇ ਮੈਂ ਇੱਕੋ ਸੀਟ ਤੋਂ ਚੋਣਾਂ ਲੜਾਂਗਾ ਔਰ ਜਨਤਾ ਇਸ ਦਾ ਚਲੋ ਯਾਰ ਉਹਨਾਂ ਦੀ ਮਰਜ਼ੀ ਆ, ਜਿੱਥੋਂ ਮਰਜ਼ੀ ਮਜੀਠੀਆ ਸਾਹਿਬ ਚੋਣ ਲੜਨ ਨਾ ਲੜਨ, ਉਹਨਾਂ ਦੀ ਪਾਰਟੀ ਦਾ ਫੈਸਲਾ। ਤੇ ਸਾਡਾ ਤਾਂ ਜਿਹੜਾ ਪ੍ਰਧਾਨ ਆ ਕਾਂਗਰਸ ਪਾਰਟੀ ਦੀ ਨਵਜੋਤ ਸਿੱਧੂ, ਉਹ ਆਪਣੀ ਸੀਟ ਤੋਂ ਚੋਣ ਲੜ ਰਹੇ ਆ। ਤੇ ਇਹ ਜੀ ਕਰਦਾ 10 ਤੋਂ ਲੜਨ 20 ਤੋਂ ਲੜਨ, ਸਾਨੂੰ ਇਹਨਾਂ ਨੂੰ ਕੀ। ਇੱਕ ਬਲਬੀਰ ਸਿੱਧੂ ਜੀ ਨੇ ਬਿਆਨ ਦਿੱਤਾ, ਉਹ ਕਹਿੰਦੇ ਚੰਨੀ ਜੀ ਕਿੱਥੋਂ ਰਿਜ਼ਾਈਨ ਕਰਨਗੇ, ਜਨਤਾ ਦੇ ਨਾਲ ਧੋਖਾ ਹੋਊਗਾ ਜੇ 2 ਸੀਟਾਂ ਤੋਂ ਚੋਣਾਂ ਲੜਨ। ਕਿਹਨਾਂ ਨੇ ਦਿੱਤਾ? ਬਲਬੀਰ ਸਿੱਧੂ ਤੁਹਾਡੇ ਸਾਬਕਾ ਮੰਤਰੀ ਜਿਹੜੇ ਇਲੈਕਸ਼ਨ ਲੜ ਰਹੇ ਆ। ਦੇਖੋ ਮੈਂ ਤਾਂ ਇਸ ਗੱਲ ਬਾਰੇ ਕੋਈ ਕਮੈਂਟ ਨਹੀਂ ਕਰ ਸਕਦਾ, ਕਿਸੇ ਨੇ ਕੀ ਸੋਚ ਕੇ ਦਿੱਤਾ ਕੀ ਨਹੀਂ ਗੱਲ ਕਰਤਾ, ਮੈਂ ਤਾਂ ਆਪ ਦੀ ਗੱਲ ਕਰ ਸਕਦਾ। ਕੈਪਟਨ ਅਮਰਿੰਦਰ ਸਿੰਘ ਦਾ ਵੀ ਕੱਲ ਵਿਰੋਧ ਹੋਇਆ, ਨੌਜਵਾਨਾਂ ਨੇ ਕੀਤਾ, ਕਹਿੰਦੇ ਨੌਕਰੀਆਂ ਨਹੀਂ ਦਿੱਤੀਆਂ ਗਈਆਂ। ਕਿਸ ਤਰੀਕੇ ਨਾਲ ਦੇਖਦੇ ਹੋ? ਕਹਿੰਦੇ ਕਿ ਕਾਂਗਰਸ ਦੀ ਸਰਕਾਰ ਸੀਗੀ ਤੇ ਹੁਣ ਮੇਰੀ ਸਰਕਾਰ ਹੈ ਨਹੀਂ, ਹੁਣ ਮੈਂ ਅੱਗੇ ਸਰਕਾਰ ਬਣਾਵਾਂਗਾ ਤਾਂ ਪਹਿਲਾਂ ਵਾਅਦੇ ਪੂਰੇ ਕਰਾਂਗਾ। ਯਾਰ ਤੁਸੀਂ ਹਾਂ ਇੱਕ ਤੁਸੀਂ ਥੋੜੀ ਮਜ਼ਾਕ ਵਾਲੀ ਗੱਲ ਚੰਗੀ ਕੀਤੀ। ਉਹ ਤਾਂ 5 ਸਾਲ ਸ਼੍ਰੀਮਤੀ ਪ੍ਰਨੀਤ ਕੌਰ ਜੀ ਨੂੰ ਨਹੀਂ ਮਿਲੇ ਤੇ ਲੋਕਾਂ ਨੂੰ ਕਿੱਥੋਂ ਮਿਲਣਾ ਸੀ? ਮੇਰੇ ਸਤਿਕਾਰਯੋਗ ਨੇ, ਇਸ ਕਰਕੇ ਨਾ ਗੱਲ ਕਰੋ ਉਹਨਾਂ ਦੀ। ਉਹ ਬੀਜੇਪੀ ਨਾਲ ਜਿਹੜਾ ਹੈ ਉਹ ਚੰਗਾ ਪ੍ਰਚਾਰ ਕਰਨਗੇ। ਬੀਜੇਪੀ ਦਾ ਪ੍ਰਧਾਨ ਮੰਤਰੀ ਨੂੰ ਖਾਲੀ ਕੁਰਸੀਆਂ ਦੇ ਦਰਸ਼ਨ ਕਰਾਏ ਨੇ ਉਹਨਾਂ ਨੇ ਪਹਿਲੀ ਵਾਰ ਮੁਲਕ 'ਚ। ਉਹ ਕੈਪਟਨ ਅਮਰਿੰਦਰ ਸਿੰਘ ਜੀ ਦੇ ਭੁਲੇਖੇ ਹੀ ਹੋਏ ਨਾ ਵੀ ਭਾਈ ਸਾਰਾ ਐਜੀਟੇਸ਼ਨ ਕਿਸਾਨਾਂ ਦਾ, ਇਹਨਾਂ ਦਾ ਲੱਖ ਬੰਦਾ 70,000 ਬੰਦਾ ਕੈਪਟਨ ਸਾਹਿਬ ਦੀ ਰਹਿਨਮਾਈ 'ਚ ਤੇ ਢੀਂਡਸਾ ਸਾਹਿਬ ਦੀ ਰਹਿਨਮਾਈ 'ਚ ਆ ਜਾਊਗਾ। ਅਜੇ ਤੁਸੀਂ ਕਿਉਂ ਕੈਪਟਨ ਸਾਹਿਬ ਦੀ ਯਾਰ ਗੱਲ ਕਰਦੇ ਹੁੰਦੇ ਹੋ? ਖਾਲੀ ਕੁਰਸੀਆਂ ਤੇ ਮੇਰਾ ਸ਼ੇਰ ਖਾਲੀ ਕੁਰਸੀਆਂ ਨੂੰ ਦੇਖਿਆ ਕੋਈ ਬੋਲਦਾ?
ਹਿੰਮਤ ਦੇਖੋ, ਇਹ ਆ ਇੱਕ ਸਪਿਰਿਟ। ਕਿਸਾਨਾਂ ਨੇ ਵੀ ਆਪਣੀ ਜਿਹੜਾ ਆਜ਼ਾਦ ਚੋਣਾਂ ਲੜਨ ਦਾ ਐਲਾਨ ਕਰਤਾ ਜੀ। ਛੱਡੋ ਯਾਰ, ਹੁਣ ਕੀ ਉਹਨਾਂ ਨੂੰ ਗੱਲ। ਸਿੰਬਲ ਕਿਸਾਨਾਂ ਨੂੰ ਨਾ ਬਦਨਾਮ ਕਰੋ। ਕਿਸਾਨ ਨਕਲੀ ਲੀਡਰਾਂ ਨੇ। ਕਿਸਾਨ ਤਾਂ ਸਾਰੇ ਪਾਰਟੀਆਂ ਦੇ ਨਾਲ ਆ, ਪੰਜਾਬ 'ਚ ਕਿਸਾਨ ਤੇ ਮਜ਼ਦੂਰ ਹੀ ਆ। ਤੁਸੀਂ ਕਿਸਾਨ ਰਾਜੇਵਾਲ ਨੂੰ ਕਹਿੰਦੇ ਹੋ, ਜਿਹਦੀ ਆੜਤ ਸਭ ਤੋਂ ਵੱਡੀ ਆ, ਜਿਹਦੀ ਸਭ ਤੋਂ ਵੱਡੀ ਜਿਹੜੇ ਸ਼ੈਲਰ ਨੇ। ਨਾ ਕਹੋ ਇਹ ਗੱਲ। ਇੱਕ ਤਾਂ ਕਿਸਾਨ ਉਹਨਾਂ ਦੇ ਨਾਲ ਨਹੀਂ ਤੁਰਿਆ, ਦੇਖਿਆ ਕਿਤੇ? ਪਰ ਉਹਨਾਂ ਨੇ ਵੀ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਮੈਂ ਆਉਣ ਵਾਲੇ ਦਿਨਾਂ 'ਚ ਖੁਲਾਸਾ ਕਰਾਂਗਾ। ਉਹਨਾਂ ਨੇ ਵੀ ਆਮ ਆਦਮੀ ਪਾਰਟੀ ਤੇ ਕਿਹਾ ਕਿ ਓਏ ਆਪ ਦੀ ਪੱਗ ਨੂੰ ਨਾ ਰੋਲੋ, ਹੋਰ ਲੇਲੜੀਆਂ ਕਰਦੇ ਰਹੇ ਹੋ, ਲੇਲੜੀਆਂ ਕਰਦੇ ਰਹੇ ਹੋ ਜਾ ਕੇ ਤੁਸੀਂ ਇਹਦੀਆਂ, ਕੇਜਰੀਵਾਲ ਦੀਆਂ। सर एक काफ़ी अंतर विरोध हो रहा है। बाबा जी ने आज जगमोहन कंग अपने बेटों से तो छोड़ के पार्टी का। ਮੈਂ ਕਿਹਾ ਜਿਹਨੇ ਕਰਨਾ ਰਾਂਝਾ ਰਾਜੀ ਕਰ ਲੇ, ਆਪਣਾ ਇਹੀ ਮੌਕਾ ਹੈ ਇਸ ਵਾਰ। ਪਾਰਟੀਆਂ ਥੋੜੀਆਂ ਹੈ, ਆਜ਼ਾਦ ਲੜਨ ਦੀ ਤਾਂ ਲੋੜ ਹੀ ਨਹੀਂ। ਪਾਰਟੀਆਂ ਇੰਨੀਆਂ, ਜਿਹਦੇ ਮਰਜ਼ੀ ਚਾਅ ਪੂਰਾ ਕਰੋ। ਜਿਹੜਾ ਚਾਹੁੰਦਾ ਇਸ ਵਾਰ ਉਹਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਮੇਰੇ ਪੱਲੇ ਕਿੰਨੇ ਕੁ ਦਾਣੇ ਆ। ਲੜਨੋ, ਸਭ ਲੜੋ। ਬਜਟ ਜਿਹੜਾ ਏ ਬਿਲਕੁਲ ਆ ਰਿਹਾ ਏ, ਤੇ ਬਜਟ ਇਸ ਵੇਲੇ ਚੱਲ ਵੀ ਰਿਹਾ ਏ, ਤੇ ਦੇਖਦੇ ਆ, ਆਸ ਰੱਖਦੇ ਆ ਵੀ ਪੰਜਾਬ ਨੂੰ, ਚਾਹੇ ਇਲੈਕਸ਼ਨਾਂ ਕਰਕੇ ਸੀ, ਪਹਿਲਾਂ ਤਾਂ ਨਹੀਂ ਕੁਝ ਮਿਲਿਆ, ਅੱਜ ਕੁਛ ਬਜਟ 'ਚੋਂ ਸਾਡੇ ਫਾਈਨਾਂਸ ਮਿਨਿਸਟਰ ਸੀਤਾਰਮਨ ਜੀ ਦੇ ਕੁਛ ਪਟਾਰੇ 'ਚੋਂ ਸ਼ਾਇਦ ਕੁਛ ਨਿਕਲੇ। ਤੇ ਜਦੋਂ ਬਜਟ ਆਉਣ ਤੋਂ ਬਾਅਦ ਮੈਂ ਤੁਹਾਡੇ ਨਾਲ ਇਸੇ ਤਰੀਕੇ ਨਾਲ ਹੋਰ 2 ਘੰਟੇ ਨਾਲ ਬਾਅਦ ਤੁਹਾਡੇ ਨਾਲ ਗੱਲ ਕਰਾਂਗਾ ਵੀ ਕੁਛ ਨਾ ਕੁਛ ਪੰਜਾਬ ਨੂੰ ਜੇ ਮਿਲਿਆ। ਆਸ ਤਾਂ ਘੱਟ ਆ, ਪਰ ਇਲੈਕਸ਼ਨਾਂ ਕਰਕੇ ਇਹ ਕੋਈ ਨਾ ਕੋਈ ਅਨਾਉਂਸਮੈਂਟ ਸ਼ਾਇਦ ਹੋ ਜੇ। ਬਿੱਟੂ ਜੀ ਲਾਸਟ ਸਵਾਲ ਹੈਗਾ। ਭਗਵੰਤ ਮਾਨ ਧੂਰੀ ਦੇ ਵਿੱਚ ਗਏ ਸੀਗੇ ਔਰ ਉੱਥੇ ਉਹਨਾਂ ਨੇ ਕਿਹਾ ਨਸ਼ਾ ਬੜਾ ਵਿਕਦਾ ਕਾਂਗਰਸ ਦੇ ਰਾਜ ਦੇ ਵਿੱਚ। ਉਹ ਕਹਿੰਦੇ ਕਿ ਨਸ਼ਾ ਖਤਮ ਕਰ ਦਾਂਗੇ। ਕੀ ਵਾਕਈ ਦੇ ਵਿੱਚ ਹੀ ਪੰਜਾਬ ਦੇ ਵਿੱਚ ਹਾਲੇ ਵੀ ਨਸ਼ਾ ਹੈਗਾ? ਨਹੀਂ, ਇਹ ਕੌਣ ਕਹਿੰਦਾ ਵੀ ਨਸ਼ਾ ਨਹੀਂਗਾ? ਉਹ ਕਹਿੰਦੇ ਸ਼ਰੇਆਮ ਕਿਹਨੇ ਦਾਵਾ ਕੀਤਾ? ਕਿਸੇ ਨੇ, ਇੱਕ ਨੇ ਕੋਈ ਦਾਵਾ ਕੀਤਾ ਵੀ ਪੰਜਾਬ 'ਚ ਨਸ਼ਾ ਨਹੀਂਗਾ? ਇਹ ਮੈਂ ਪਰ ਇਹ ਗੱਲ ਕਹਿਣਾ ਵੀ ਨਸ਼ਾ ਖਤਮ ਹੋ ਸਕਦਾ। ਮੈਂ ਆਪਣੀ ਗੱਲ ਜੇ ਕਰਾਂ, ਸ਼ਹੀਦ ਆਜ਼ਮ ਸਰਦਾਰ ਬੇਅੰਤ ਸਿੰਘ ਜੀ ਨੇ ਆ ਪੰਜਾਬ ਪੁਲਿਸ ਖੜੀ ਆ ਸਾਰੇ ਆਲੇ ਦੁਆਲੇ, ਇਹੀ ਪੁਲਿਸ ਸੀਗੀ ਜਿਹੜੇ ਵੇਲੇ ਟੈਰਰਿਜ਼ਮ ਸੀ। ਜਦੋਂ ਇਸ ਪੁਲਿਸ ਨੇ, ਇਹਨਾਂ ਨੂੰ ਜ਼ਿੰਮੇਵਾਰੀਆਂ ਮਿਲ ਗਈਆਂ, ਇਹਨਾਂ ਨੂੰ ਸਾਰਾ ਕੁਝ ਇਹਨਾਂ ਦੇ ਖੁੱਲੇ, ਇਹਨਾਂ ਨੂੰ ਤਾਕਤ ਦੇਤੀ, ਤੇ ਉਹ ਅੱਤਵਾਦ ਕਿਤੇ ਲੱਭਿਆ ਨਹੀਂ, ਦੁਨੀਆ 'ਚ ਨਹੀਂ ਖਤਮ ਹੋਇਆ। ਅੱਜ STF ਬਣਾਈ ਨਸ਼ੇ ਦੇ ਖਿਲਾਫ, ਕੈਪਟਨ ਅਮਰਿੰਦਰ ਸਿੰਘ ਦੀ ਰਹਿਨਮਾਈ ਸੀ। ਪਰ ਜਦੋਂ STF ਬਣੀ, ਉਹਨਾਂ ਦੇ ਕੋਈ DSP, ਕੋਈ ਇੰਸਪੈਕਟਰ, ਕੋਈ SP ਨੂੰ ਗੱਡੀ ਤੱਕ ਨਹੀਂ ਦਿੱਤੀ, ਕੋਈ ਮੁਲਾਜ਼ਮ ਤੱਕ ਨਹੀਂ ਦਿੱਤਾ, ਕੋਈ ਦਫ਼ਤਰ ਤੱਕ ਨਹੀਂ ਦਿੱਤਾ। ਸਰਕਾਰ ਤਾਂ ਸਰ ਤੁਹਾਡੀ ਸੀ। ਉਹ ਮੈਂ ਤਾਂ ਮੰਨੀ ਜਾਂਦਾ ਯਾਰ। ਮੈਂ ਕਿਸੇ ਹੋਰ ਨੂੰ ਕਹਿ ਰਿਹਾ? ਮੈਂ ਇਹ ਕਹਿ ਰਿਹਾ ਵੀ ਉਦੋਂ ਜਦੋਂ ਚਰਨਜੀਤ ਚੰਨੀ ਜੀ ਆਏ ਮਜੀਠੀਏ ਤੇ, ਦੇਖਿਆ ਨਾ ਪਰਚਾ ਹੋਇਆ। ਮਜੀਠਾ ਲੁਕਿਆ ਰਿਹਾ ਨਾ 20 ਦਿਨ ਖੱਡਾਂ 'ਚ। ਕਿਹੜੀ ਖੱਡ 'ਚ ਲੁਕਿਆ ਸੀ? ਇਸ ਕਰਕੇ ਜਦੋਂ ਮਜੀਠੀਆ ਭੱਜ ਗਿਆ, ਤੇ ਜੇ ਚੰਨੀ ਜੀ ਵਰਗੇ ਮੁੱਖ ਮੰਤਰੀ ਬਣ ਗਏ ਅਗਲੇ 5 ਸਾਲ ਲਈ, ਤੇ ਇਹ ਤੁਹਾਨੂੰ ਲੱਗਦਾ ਵੀ ਇਹ ਚਿੱਟੇ ਵਾਲੇ ਲੱਭ ਜਾਣਗੇ ਕਿਤੇ? ਇਸ ਕਰਕੇ ਕਿਵੇਂ ਨਹੀਂ ਖਤਮ ਹੋ ਸਕਦਾ? 111 ਦਿਨਾਂ ਜਦੋਂ ਸਭ ਤੋਂ ਵੱਡਾ ਸਰਗਨਾ ਮਜੀਠੀਆ ਭੱਜ ਲਿਆ, ਤੇ ਗੱਲ ਕਿਹੜੀ ਰਹਿ ਗਈ ਸੀ ਫਿਰ? ਇਸ ਕਰਕੇ ਕੈਪਟਨ ਸਾਹਿਬ ਨੇ ਤਾਂ, ਹੁਣ ਮੈਂ ਕਹਿਣਾ ਨਹੀਂ ਚਾਹੁੰਦਾ, ਚਲੇ ਗਏ। ਤੁਹਾਨੂੰ ਸਭ ਨੂੰ ਹੀ ਪਤਾ ਹੈ ਵੀ ਕਿਉਂ ਲਾਉਣਾ ਪਿਆ ਉਹਨਾਂ ਨੂੰ, ਇਸੇ ਕਰਕੇ ਲਾਉਣਾ ਪਿਆ। ਪਰ 111 ਦਿਨਾਂ 'ਚ ਉਹਨਾਂ ਨੇ ਦਿਖਾਤਾ ਵੀ ਜਿਹੜਾ ਸਭ ਤੋਂ ਵੱਡਾ ਸਰਗਨਾ ਸੀ ਉਹ ਪੰਜਾਬ 'ਚੋਂ ਭਜਾਤਾ। ਤੇ ਇਸ ਕਰਕੇ ਜੇ 5 ਸਾਲ ਮਿਲ ਗਏ, ਛੋਟੇ ਨਾਲ ਹੀ ਮਜੀਠੀਆ ਸਾਹਿਬ ਨੇ ਆਪਣੀ ਬੁੱਕਲ 'ਚ ਲੈ ਜਾਣੇ ਆ ਬਾਹਰ ਉਦੋਂ ਹੀ। 23 ਤੱਕ, 23 ਤੋਂ ਬਾਅਦ ਵੈਸੇ ਹੀ ਉਹਨਾਂ ਨੇ ਨਹੀਂ, ਕੋਰਟ ਨਹੀਂ ਕਹਿਤਾ ਸਰੈਂਡਰ ਕਰਨ ਨੂੰ, ਤੇ ਨਾਲ ਹੀ ਜਦੋਂ ਕੀ ਕਹਿੰਦੇ ਹੁੰਦੇ, ਚੂਹੇ ਤਾਂ ਨਾਲ ਹੀ ਮਰ ਜਾਣੇ ਆ।